ਤੁਸੀਂ ਬਿਆਨ ਦਿੱਤਾ ਸੀ ਕਿ ਤੁਹਾਨੂੰ ਕੋਈ ਘੋੜਾ ਦੇ ਦੇਵੇ ਤੇ ਤੁਸੀਂ ਲਾਲ ਕਿਲੇ ਪਹੁੰਚ ਜਾਓਗੇ। ਤੁਸੀਂ 1.25 ਲੱਖ ਫੌਜ ਖੜਾ ਦਿਓ ਆਪਦੀ, ਸਾਨੂੰ ਇੱਕ ਘੋੜਾ ਦੇ ਦਿਓ ਜੇ ਅਸੀਂ ਫੌਜ ਪਾਰ ਕਰਕੇ ਸਾਡੀ ਜਿੱਤ ਨਹੀਂ ਛੋੜੀ। ਅਸੀਂ ਅੱਜ ਵੀ ਖੜੇ ਆ, 26 ਤਰੀਕ ਆ ਰਹੀ ਆ, ਅਸੀਂ ਵੀ ਤਿਆਰ ਬਰ ਤਿਆਰ। ਸਾਡਾ ਅੱਜ ਦਾ ਇਤਿਹਾਸ ਨਹੀਂ, ਸਾਡਾ ਪਿਓ ਬਾਗੀ, ਸਾਡਾ ਦਾਦਾ ਬਾਗੀ, ਅਸੀਂ ਵੀ ਬਾਗੀ। ਅਸੀਂ ਜੰਗ ਵਾਸਤੇ ਤਿਆਰ ਬਰ ਤਿਆਰ ਹੋ ਕੇ ਇੱਥੇ ਆਏ ਆ। ਅਸੀਂ ਤਾਂ ਹੀ ਅੱਗੇ ਆ ਕੇ ਬੈਠੇ ਆ ਮੋਰਚੇ ਦੇ ਕਿਸਾਨ ਭਾਈਚਾਰਾ ਦੇ, ਵੀ ਪਹਿਲਾਂ ਸਾਡੇ ਨਾਲ ਜੰਗ ਲੜਨਗੇ ਫੇਰ ਅੱਗੇ ਜਾ ਸਕਦੇ। ਸਾਨੂੰ ਇਸ ਝੰਡੇ ਦੇ ਰੰਗ ਤੇ ਤਾਂ ਲਿਆਉਣ ਤੇ ਵੀ ਅਸੀਂ ਕੁਰਬਾਨੀ ਦਿੱਤੀ ਆਪਦੀ। ਅਸੀਂ ਉਹ ਖਾਲਸਾ ਹੈ। ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਲੱਗਦਾ ਵੀ ਮਨ ਕਿਉਂ ਨਹੀਂ ਦੇ, ਸਭ ਕੁਝ ਜਾਣਕਾਰ ਹੈਗੇ ਨੇ ਕਿ ਜਾਣਬੁੱਝ ਕੇ ਗੱਲਾਂ ਤੇ ਫਸੇ ਨੇ। ਚੋਰੀ ਕਰਕੇ ਕਦੇ ਮੰਨਦਾ ਨਹੀਂ ਹੁੰਦਾ ਵੀ ਮੈਂ ਚੋਰੀ ਕੀਤੀ ਆ, ਪਰ ਜਦੋਂ ਉਹਨੂੰ ਮੁੱਦਾ ਪਾਇਆ ਜਾਂਦਾ ਉਹਦੇ ਡਾਂਗਾ ਚਲਾਈਆਂ ਜਾਂਦੀਆਂ ਨਾ, ਇੱਕ ਸਕਿੰਟ 'ਚ ਹੀ ਮੰਨਦਾ ਵੀ ਮੈਂ ਕੀਤੀ ਹੈ। ਇਸ ਵਕਤ ਇਹ ਡਾਂਗਾ ਭਾਲ ਰਹੇ ਨੇ ਸਿਰਫ 22 ਰਾਹ ਮੇਨ ਦਿੱਲੀ ਦੇ 22 ਦੇ 22 ਜਿਹੇ ਬੰਦੀਆਂ ਕਰਦੀਆਂ ਬੰਦ, ਤਾਂ ਮੋਦੀ 3 ਦਿਨਾਂ 'ਚ ਮੰਨਦਾ ਜਦੋਂ ਅੰਦਰ ਕੁਝ ਜਾਂਦੇ ਹੀ ਨਾ ਦਿੱਲੀ ਦੇ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਜਿਸ ਤਰੀਕੇ ਨਾਲ ਪੂਰੇ ਰੋਹ ਦੇ ਵਿੱਚ ਸਾਰੇ ਹੀ ਵਿਅਕਤੀ ਇੱਥੇ ਮੌਜੂਦ ਨੇ, ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਜਥੇਦਾਰ ਗੁਰਦੀਪ ਸਿੰਘ ਜੀ ਨਾਲ, ਜੋ ਕਿ ਇੱਥੇ ਮੌਜੂਦ ਨੇ। ਔਰ ਇੱਕ ਬਹੁਤ ਹੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਜਦੋਂ ਬਾਬਾ ਜੀ ਨੇ ਗੱਲ ਕਹੀ ਸੀ ਜਥੇਦਾਰ ਸਾਹਿਬ ਨੇ ਕਿ ਮੈਨੂੰ ਘੋੜਾ ਦੇ ਦਿਓ, ਮੈਂ ਦਿੱਲੀ ਚਲਾ ਜਾਵਾਂਗਾ। ਜੇ ਦਿੱਲੀ ਪਹੁੰਚ ਗਏ ਤਾਂ ਸਾਡੀ ਜਿੱਤ ਹੈ, ਜੇ ਨਾ ਪਹੁੰਚੇ ਤਾਂ ਫਿਰ ਸਰਕਾਰ ਦੀ ਜਿੱਤ ਹੈ। ਉਸ 'ਤੇ ਵੀ ਚਰਚਾ ਕਰਾਂਗੇ। ਸਭ ਤੋਂ ਵੱਡੀ ਚਰਚਾ ਇਹ ਹੈ ਕਿ ਦਿੱਲੀ ਵਾਲੇ ਜਦੋਂ ਵੀ ਲੋਕ ਆਉਂਦੇ ਨੇ, ਗੁਜਰਾਤ ਵਾਲੇ ਵੀ ਲੋਕ ਇੱਥੇ ਆਏ ਨੇ, ਬਾਬਾ ਜੀ ਕੋਲ ਬਾਣੇ ਦਾ ਉੱਥੇ ਪੁੱਛਦੇ ਨੇ, ਬਾਣਾ ਕਿਉਂ ਪਾਇਆ, ਚੱਕਰ ਕਿਉਂ ਪਾਇਆ, ਤਲਵਾਰ ਕਿਉਂ ਰੱਖੀ ਹੈ, ਇਹ ਚੀਜ਼ਾਂ ਦੇ ਉੱਥੇ ਪੁੱਛਦੇ ਨੇ। ਪੰਜਾਬ 'ਚ ਤਾਂ ਆਪਾਂ ਸਭ ਨੂੰ ਇਤਿਹਾਸ ਪਤਾ ਹੀ ਹੈ। ਤੇ ਅੱਜ ਬਾਬਾ ਜੀ ਨਾਲ ਗੱਲਬਾਤ ਕਰਾਂਗੇ, ਉਸ ਉੱਪਰ ਵੀ ਨਜ਼ਰ ਪਾਵਾਂਗੇ ਕਿ ਦਿੱਲੀ ਦੇ ਲੋਕ ਜਾਂ ਬਾਕੀ ਲੋਕਾਂ ਨਾਲ ਕੀ ਗੱਲਬਾਤ ਹੁੰਦੀ ਹੈ। ਬਾਬਾ ਜੀ ਨੇ ਬਹੁਤ ਵਧੀਆ ਗੱਲਾਂ ਸੁਣਾਈਆਂ ਕਿ ਜਦੋਂ ਕੋਈ ਸਵਾਲ ਹੁੰਦਾ ਤਾਂ ਇਸ ਚੀਜ਼ ਦਾ ਜਵਾਬ ਦਿੰਦੇ ਨੇ, ਆਪਣਾ ਇਤਿਹਾਸ ਦੱਸਦੇ ਨੇ ਬੈਠ ਕੇ। ਕੋਈ ਵਿਅਕਤੀ ਜਦੋਂ ਕੋਈ ਇਤਿਹਾਸ ਪੁੱਛਦਾ, ਕੋਲ ਬਿਠਾ ਕੇ ਆਰਾਮ ਦੇ ਨਾਲ ਪਿਆਰ ਦੇ ਨਾਲ ਇਤਿਹਾਸ ਦੱਸਦੇ ਨੇ ਕਿ ਸਾਡਾ ਬਾਣਾ ਕਿਉਂ ਪਾਇਆ ਗਿਆ, ਬਾਣਾ ਆਇਆ ਕਿਉਂ ਹੈ, ਕਿੱਥੋਂ ਬਾਣਾ ਆਇਆ ਹੈ, ਗੁਰੂ ਦੀਆਂ ਲਾਡਲੀਆਂ ਫੌਜਾਂ ਬਣੀਆਂ ਕਿਵੇਂ ਨੇ, ਸਾਰਾ ਇਤਿਹਾਸ ਦੱਸਦੇ ਨੇ। ਔਰ ਆਪਾਂ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਾਂਗੇ। ਜਥੇਦਾਰ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸਾਹਿਬ, ਮੇਰਾ ਪਹਿਲਾ ਸਵਾਲ ਇਹ ਹੈ ਕਿ ਦਿੱਲੀ ਦੇ ਲੋਕ ਹੋ ਗਏ, ਗੁਜਰਾਤ ਦੇ ਅਲੱਗ-ਅਲੱਗ ਭਾਰਤ ਦੇ ਸੂਬਿਆਂ ਤੋਂ ਲੋਕ ਆਏ ਨੇ, ਜਦੋਂ ਗੱਲਬਾਤ ਹੁੰਦੀ ਹੈ ਤੁਹਾਨੂੰ ਪੁੱਛਦੇ ਹੋਣਗੇ ਕਿ ਬਾਣਾ ਕਿਉਂ ਪਾਇਆ, ਕਿਉਂ, ਕਿਸ ਲਈ ਪਾਇਆ, ਚੱਕਰ ਕਿਉਂ ਤੁਸੀਂ ਗਲ 'ਚ ਪਾਇਆ, ਤਲਵਾਰ ਕਿਉਂ ਰੱਖੀ ਹੈ, ਕੀ ਦੱਸਦੇ ਹੋ, ਕੀ ਇਤਿਹਾਸ ਬਾਰੇ ਉਹਨਾਂ ਨੂੰ ਜਾਣਕਾਰੀ ਦਿੰਦੇ ਹੋ? ਇਸ ਤਰ੍ਹਾਂ ਨਹੀਂ ਕੋਈ ਪੁੱਛਦਾ ਕਿ ਸਾਨੂੰ ਵੀ ਬਾਣਾ ਕਿਹੜੀ ਗੱਲੋਂ ਪਾਉਣੇ ਆ ਜਾਂ ਚੱਕਰ ਤੇ ਇਤਿਹਾਸ ਪੁੱਛਦੇ ਹੋਣਗੇ। ਉਹ ਸਾਨੂੰ ਇਹੀ ਪੁੱਛਦੇ ਆ ਵੀ ਬਾਬਾ ਜੀ ਜਦੋਂ ਤੁਹਾਡਾ ਅਸੀਂ ਪਹਿਰਾਵਾ ਵੇਖਦੇ ਆ, ਤੁਸੀਂ ਸ਼ਾਸਤਰ ਦੇ ਪੂਰੇ ਤੁਹਾਡੇ ਸਰੀਰ ਤੇ ਸ਼ਾਸਤਰ ਹੁੰਦੇ ਨੇ, ਵੀ ਇਹ ਤੁਸੀਂ ਕਿਹੜੀ ਗੱਲੋਂ, ਅਸੀਂ ਫਿਰ ਉਹਨਾਂ ਨੂੰ ਦੱਸੀਦਾ ਵੀ ਆਪਦੇ ਰਕਸ਼ਾ ਦੇ ਲਈ ਆ, ਸਾਡੇ ਲਈ ਅਸੀਂ ਆਪਦੇ ਲਈ ਰੱਖਿਆ ਹੈਗਾ ਵੀ ਕੱਲ੍ਹ ਨੂੰ ਕੋਈ ਗੱਲਬਾਤ ਹੁੰਦੀ ਆ, ਕਿਉਂਕਿ ਅਸੀਂ ਭੇਡਾਂ 'ਚ ਨਹੀਂ, ਅਸੀਂ ਸ਼ੇਰਾਂ 'ਚ ਆ, ਅਸੀਂ ਤਾਂ ਕਰਕੇ ਰੱਖਿਆ ਹੈ। ਅੱਛਾ, ਤੁਸੀਂ ਉਹਨੇ ਮੈਨੂੰ ਚੱਕਰ ਦਾ ਬਾਰੇ ਦੱਸਦੇ ਸੀ ਵੀ ਚਲਾਈ ਦਾ ਕਿਵੇਂ ਹੈ, ਕਿੱਦਾਂ ਚਲਾਉਣਾ ਹੈ, ਕਿਵੇਂ ਚਲਾਉਣਾ ਹੈ? ਬਿਲਕੁਲ ਜੀ, ਜਿਹੜਾ ਇਹ ਚੱਕਰ ਆ, ਜਦੋਂ ਪਤਾ ਵੀ ਹੁਣ ਸ਼ਾਸਤਰ ਆ ਸਾਡਾ, ਨੇਜਾ ਗਾ, ਨੇਜੇ ਨਾਲ ਕੋਈ ਪਹਿਰਾ ਉਜਾ ਹੋ ਜੇ, ਨੇਜਾ ਡਿੱਗ ਪਏ, ਸਾਡੇ ਕੋਲ ਤੇਗ ਆ, ਜੇ ਤੇਗ ਸਾਡੇ ਹੱਥੋਂ ਜਾਂਦੀ ਆ, ਸਾਡੇ ਕੋਲ ਖੰਜਰ ਨੇ, ਜੇ ਖੰਜਰ ਹੱਥੋਂ ਜਾਂਦੇ ਆ ਸਾਡੇ ਕੋਲ ਚੱਕਰ ਨੇ। ਇਹ ਨਹੀਂ ਹੈਗਾ ਵੀ ਇਹ ਗਲ 'ਚ ਪਏ ਨੇ ਵੀ ਬੜਾ ਟਾਈਮ ਪਹਿਰਾ ਹੈਗਾ, ਇਹਦਾ ਬਸ ਸਿਰਫ 1 ਸਕਿੰਟ ਦਾ ਕੰਮ ਆ। ਤੇ ਆਪਦੀ ਪੂਰੀ ਅਸੀਂ ਇਹਨਾਂ ਨੂੰ ਧਾਰ ਲਾਈ ਹੁੰਦੀ ਹੈ, ਜਿਸ ਤਰ੍ਹਾਂ ਅਸੀਂ ਬਲੇਟ ਕਹਿ ਦਈਏ। ਹਾਂ, ਇਹ ਸਾਡੇ ਜਿੰਨੇ ਵੀ ਸਰੀਰ ਦੇ ਉੱਤੇ ਸਾਡੇ ਸ਼ਾਸਤਰ ਨੇ, ਇਹ ਆਪਦੇ ਅਸੀਂ ਪੂਰੇ ਤਿਆਰ ਹੋ ਕੇ ਰਹਿੰਦੇ ਹਾਂ, 24 ਘੰਟੇ ਤਿਆਰ ਰਹਿੰਦੇ ਹਾਂ। ਅੱਛਾ, ਤੁਸੀਂ ਇੱਕ ਵੀਡੀਓ ਆਪਣੀ ਤੁਸੀਂ ਬਿਆਨ ਦਿੱਤਾ ਸੀ ਕਿ ਤੁਹਾਨੂੰ ਕੋਈ ਘੋੜਾ ਦੇ ਦੇਵੇ ਤੇ ਤੁਸੀਂ ਲਾਲ ਕਿਲੇ ਪਹੁੰਚ ਜਾਓਗੇ। 26 ਤਰੀਕ ਨੂੰ ਗੱਲ ਕਹੀ ਜਾ ਰਹੀ ਹੈ ਕਿ ਤਿਆਰੀਆਂ ਕਰ ਲਓ। ਅਸੀਂ ਜਿਹੜਾ ਦਿੱਤਾ ਸੀ ਨਾ ਬਿਆਨ, ਲਾਲ ਕਿਲੇ ਦਾ ਨਹੀਂ ਦਿੱਤਾ ਸੀ, ਅਸੀਂ ਬਿਆਨ ਇਹ ਦਿੱਤਾ ਸੀਗਾ ਵੀ ਤੁਸੀਂ 1.25 ਲੱਖ ਫੌਜ ਖੜਾ ਦਿਓ ਆਪਦੀ, ਸਾਨੂੰ ਇੱਕ ਘੋੜਾ ਦੇ ਦਿਓ ਜੇ ਅਸੀਂ ਫੌਜ ਪਾਰ ਕਰਕੇ ਸਾਡੀ ਜਿੱਤ ਨਹੀਂ ਛੋੜੀ। ਅਸੀਂ ਅੱਜ ਵੀ ਖੜੇ ਆ, 26 ਤਰੀਕ ਆ ਰਹੀ ਆ, ਅਸੀਂ ਵੀ ਤਿਆਰ ਬਰ ਤਿਆਰ। 26 ਤਰੀਕ ਨੂੰ ਕੀ ਜਾਓਗੇ ਅੱਗੇ? ਬਿਲਕੁਲ ਜਾਵਾਂਗੇ, ਜੇ ਕਿਸਾਨ ਭਾਈਚਾਰਾ ਕਹੂਗਾ ਚਲੋ ਅਸੀਂ ਉਹਨਾਂ ਨਾਲੋਂ ਮੂਹਰੇ ਚੱਲਾਂਗੇ। ਵੀ ਕਿਹਾ ਇਹ ਵੀ ਜਾਂਦਾ ਸੀ ਕਿ ਸ਼ਾਂਤੀ ਵਿੱਚ ਰਹਿਣਾ, ਆਪਾਂ ਹੁਣ ਤੁਸੀਂ ਜ਼ਿਕਰ ਕਰਦੇ ਸੀ ਸ਼ਾਂਤੀ ਦਾ ਵੀ, ਕਿ ਸ਼ਾਂਤੀ ਨਾਲ ਮਸਲੇ ਹੱਲ ਹੁੰਦੇ ਨੇ, ਇੱਕ ਟੇਬਲ ਤੇ ਬੈਠ ਗਏ ਨੇ। ਪਤਾ ਲੱਗਦਾ ਕਿ ਸ਼ਾਂਤੀ ਨਾਲ ਮਸਲਾ ਹੱਲ ਹੋ ਜਾਊਗਾ ਜਾਂ ਸਰਕਾਰਾਂ ਨੂੰ ਸੋਚਣਾ ਵੀ ਚਾਹੀਦਾ। ਬਜ਼ੁਰਗ ਬੈਠੇ ਨੇ, ਕਿਸਾਨ ਇੱਥੇ, ਮਾਵਾਂ ਵੀ ਬੈਠੀਆਂ ਨੇ। ਸਰਕਾਰਾਂ ਦੀ ਕਿਹੜੀ ਦੀ ਗੱਲ ਕਰਦੇ ਹੋ ਜੀ ਤੁਸੀਂ? ਸਰਕਾਰਾਂ ਹੁੰਦੀਆਂ ਪੰਜਾਬ ਵਰਲਡ ਤੇ, ਸਰਕਾਰ ਉਸ ਨੂੰ ਮੰਨਿਆ ਜਾਂਦਾ, ਰਾਜਾ ਉਸ ਨੂੰ ਮੰਨਿਆ ਜਾਂਦਾ ਜਿਹੜਾ ਬਿਆਨ ਲਵੇ, ਸਲਾਹ ਲਵੇ, ਸਾਰਿਆਂ ਦੀ ਵਿੱਚ ਬਹਿ ਕੇ ਗੱਲ ਕਰੇ। ਇਹ ਤਾਂ 4 ਬੰਦੇ ਨੇ 5 ਗਿਣਤੀ ਦੇ ਯਾਰ, ਅਸੀਂ ਨਹੀਂ ਮੰਨਦੇ ਵੀ 4-5 ਬੰਦੇ ਸਰਕਾਰਾਂ ਨਹੀਂ।
ਅੱਛਾ, ਆਪਣੀ ਭਾਸ਼ਾ 'ਚ ਸਰਕਾਰ ਕਿਸ ਨੂੰ ਕਿਹਾ ਜਾਂਦਾ ਹੈ? ਸਰਕਾਰ ਉਸ ਨੂੰ ਕਿਹਾ ਜਾਂਦਾ ਰਾਜੇ ਨੂੰ ਜਿਹਦੇ ਮਗਰ ਦੁਨੀਆ ਆ ਕੇ ਖੜ ਜੇ, ਲੱਖਾਂ ਕਰੋੜਾਂ ਅਰਬਾਂ ਦੁਨੀਆ ਇਹ ਗੱਲ ਕਵੇ ਵੀ ਸਾਡਾ ਇਹ ਰਾਜਾ ਸੱਚਾ ਗਾ, ਸਹੀ ਹੈ, ਉਸ ਨੂੰ ਅਸੀਂ ਸਰਕਾਰ ਮੰਨਦੇ ਹਾਂ। ਉਸ ਨੂੰ ਅਸੀਂ ਸਰਕਾਰ ਨਹੀਂ ਮੰਨਦੇ ਜਿੱਥੇ ਅੱਜ ਲੱਖਾਂ ਦੁਨੀਆ ਨੂੰ ਕੋਈ ਬਾਂਦਰ ਦੱਸ ਰਿਹਾ, ਕੋਈ ਕੁਛ ਕਹਿ ਰਿਹਾ, ਇਹਨੂੰ ਕੁਛ, ਇਹ ਸਰਕਾਰ ਥੋੜੀ ਹੈ। ਹੁਣ ਅਸੀਂ ਕਈ ਵਾਰ ਇੰਟਰਵਿਊ 'ਚ ਦਿੱਤਾ ਵੀ ਇਹ ਖੁਸਰਾ ਹੈ, ਕਿਉਂਕਿ ਜੇ ਸਰਕਾਰ ਹੋਵੇ, ਬੰਦਾ ਹੋਵੇ, ਇਹਨੂੰ ਅਕਲ ਤਾਂ ਹੋਵੇ ਵੀ ਲੱਖਾਂ ਦੁਨੀਆ, ਫਿਰ ਚਲੋ ਮੰਨ ਲਓ ਵੀ ਇਕੱਲੇ ਪੰਜਾਬ ਦੀ ਕਹਿੰਦਾ ਸੀ ਵੀ ਪੰਜਾਬ ਦੇ ਕਿਸਾਨ ਆ ਇਹ ਅਨਪੜ੍ਹ ਨੇ, ਆ ਜੋ BA MA ਕੀਤੀ ਮਾਰ, ਹੁਣ ਡਾਕਟਰ ਆ ਗਏ, ਹੁਣ ਤਾਂ ਫੌਜ 'ਚੋਂ ਵੀ ਆ ਗਏ ਕਈ ਫੌਜੀ। ਉਹ ਤਾਂ ਕਹਿ ਨਹੀਂ ਸਕਦੇ ਵੀ ਆਤੰਕਵਾਦੀ ਨੇ, ਫੌਜੀ ਕਹਿ ਸਕਦੇ, ਫੌਜੀ ਇੱਥੇ ਆ ਚੁੱਕੇ ਨੇ ਪੰਜਾਬ ਦੇ, ਯੂਪੀ ਆ ਗਈ, ਹਰਿਆਣਾ, ਹਿਮਾਚਲ, ਉਧਰ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਤੱਕ ਦੁਨੀਆ ਆ ਚੁੱਕੀ ਹੈ। ਪਹਿਲਾਂ ਇੱਕ ਕਹਤਾ ਸੀ ਸਿੱਖਾਂ ਦਾ ਧਰਨਾ ਹੈ, ਪਹਿਲਾਂ ਹੋਈ ਸੀ ਸ਼ੁਰੂ ਵਿੱਚ ਗੱਲ ਇਹ ਵੀ। ਉਹ ਸਿੱਖਾਂ ਦਾ ਧਰਨਾ ਕਹਿੰਦਾ ਸੀਗਾ, ਵੇਖੋ ਉਹ ਕਹਿੰਦਾ ਵੀ ਇਹ ਖਾੜਕੂ ਸਿੰਘ ਬੈਠੇ ਇੱਥੇ, ਉਹ ਬੈਠੇ, ਵੇਖੋ ਸਾਡਾ ਅੱਜ ਦਾ ਇਤਿਹਾਸ ਨਹੀਂ, ਸਾਡਾ ਪਿਓ ਬਾਗੀ, ਸਾਡਾ ਦਾਦਾ ਬਾਗੀ, ਅਸੀਂ ਵੀ ਬਾਗੀ। ਹੁਣ ਸਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਸੀਸ ਇਸੇ ਦਿੱਲੀ 'ਚ ਦਿੱਤਾ ਗਿਆ, ਪਿਓ ਸਾਡੇ 10ਵੇਂ ਪਾਤਸ਼ਾਹ ਜਿਨ੍ਹਾਂ ਨੂੰ ਬਾਗੀ ਦਾ ਦਰਜਾ ਦਿੱਤਾ, ਫਿਰ ਅਸੀਂ ਵੀ ਉਹਦੇ ਪੁੱਤ, ਅਸੀਂ ਵੀ ਬਾਗੀ। ਇਹ ਕੋਈ ਅੱਜ ਦੇ ਇਤਿਹਾਸ ਨਹੀਂ ਗਏ, ਕਿਉਂਕਿ ਜਦੋਂ ਵੀ ਸਰਕਾਰਾਂ ਕਿਸੇ ਪਾਸਿਓਂ ਵੀ ਚਾਰੇ ਪਾਸਿਓਂ ਰਾਹ ਬੰਦ ਹੁੰਦਾ ਵੀ ਹੁਣ ਚਾਰੇ ਪਾਸਿਓਂ ਰਾਹ ਬੰਦ ਹੋ ਗਿਆ, ਕੋਈ ਹੱਲ ਨਹੀਂ, ਉੱਥੇ ਹੱਲ ਫਿਰ ਗੁਰੂ ਦੀ ਲਾਡਲੀ ਫੌਜ ਕਰਦੀ ਹੈ। ਜਿਹੜੀ ਲਾਡਲੀ ਫੌਜ ਹੈ ਬਾਬਾ ਫਤਿਹ ਸਿੰਘ ਦੀ ਫੌਜ ਆ, 10ਵੇਂ ਪਾਤਸ਼ਾਹ ਦੇ ਛੋਟੇ ਪਚੰਗੀ ਦੇ ਕਾਰਨ ਲਾਡਲੀ ਫੌਜ ਸਾਨੂੰ ਨਾਮ ਬਖਸ਼ਿਆ ਗਿਆ। ਅੱਛਾ, ਜੱਜਾ ਸਾਹਿਬ ਇੱਕ ਹੋਰ ਵੀ ਜਿਸ ਕਿ ਤੁਸੀਂ ਬਾਣਾ ਵੀ ਪਾਇਆ ਨੀਲਾ, ਤੁਸੀਂ ਉਹਨੂੰ ਇਤਿਹਾਸ ਵੀ ਦੱਸਦੇ ਪਏ ਸੀ ਨੀਲੇ ਬਾਣੇ ਦਾ, ਉਹਦਾ ਇਤਿਹਾਸ ਕੀ ਹੈ? ਕਿਉਂਕਿ ਕਈਆਂ ਨੂੰ ਪਤਾ, ਕਈਆਂ ਨੂੰ ਨਹੀਂ ਪਤਾ, ਜੇ ਤੁਸੀਂ ਉਹ ਵੀ ਵਿਸਥਾਰ ਨਾਲ ਦੱਸ ਦਿਓ। ਲੀਲਾ ਬਾਣਾ ਜੋ ਸੀਗਾ ਨਾ, ਜਦੋਂ ਪਾਤਸ਼ਾਹੀ ਆਨੰਦਪੁਰ ਦਾ ਕਿਲ੍ਹਾ ਛੱਡਿਆ, ਚਮਕੌਰ ਦੀ ਗੜੀ 'ਚੋਂ ਪਾਤਸ਼ਾਹ ਤਾੜੀ ਮਾਰ ਕੇ ਬੈਰੀਆਂ ਨੂੰ ਦੱਸ ਕੇ ਆਏ ਆ ਵੀ ਅਸੀਂ ਚੱਲੇ ਆ। ਉਸ ਤੋਂ ਬਾਅਦ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆ ਗਏ ਸੀ। ਮਾਛੀਵਾੜੇ ਦੇ ਵਿੱਚ ਜਦੋਂ ਪਾਤਸ਼ਾਹ ਨੂੰ ਫਿਰ ਪਤਾ ਲੱਗਿਆ ਵੀ ਫੌਜ ਨੇ ਘੇਰਾ ਪਾਲਿਆ, ਉਦੋਂ ਮਦੀ ਖਾਂ ਤੇ ਗਣੀ ਖਾਂ ਦੋ ਭਰਾ ਸੀ ਮੁਸਲਮਾਨੇ, ਇਹਨਾਂ ਦੋਨਾਂ ਭਰਾਵਾਂ ਨੇ ਆਖਿਆ ਪਾਤਸ਼ਾਹ ਜੀ ਤੁਹਾਨੂੰ ਇੱਥੋਂ ਕਿਸੇ ਤਰੀਕੇ ਨਾਲ ਗਾਂਹ ਲਿਜਾਇਆ ਜਾਵੇ, ਤੁਹਾਨੂੰ ਇੱਥੋਂ ਕਰਿਆ ਜਾਵੇ। ਉਹ ਕਹਿੰਦੇ ਵੀ ਫਿਰ ਉਹ ਕਹਿੰਦੇ ਵੀ ਸਾਡੇ ਪੀਰ ਆ ਜਿਹੜੇ ਉੱਚ ਦੇ ਲੀਲਾ ਬਾਣਾ ਪਹਿਨਦੇ ਆ। ਫਿਰ ਉੱਥੇ ਇੱਕ ਮਾਤਾ ਸੀ ਜਿਹਨੇ ਪਾਤਸ਼ਾਹ ਵਾਸਤੇ ਚਿੱਟਾ ਬਾਣਾ ਖੱਦਰ ਦਾ ਆਪਦੇ ਹੱਥੀਂ ਤਿਆਰ ਕਰਕੇ ਰੱਖਿਆ ਸੀ। ਫਿਰ ਪਾਤਸ਼ਾਹ ਨੇ ਉਹਨਾਂ ਨੂੰ ਸੱਦਿਆ ਵੀ ਉਹਨਾਂ ਨੂੰ ਲੈ ਕੇ ਆਓ ਮਾਤਾ ਜੀ ਨੂੰ। ਮਾਤਾ ਬੜੀ ਖੁਸ਼ ਹੋਈ ਵੀ ਪਾਤਸ਼ਾਹ ਮੈਨੂੰ ਮਿਲਣ ਆਏ ਨੇ। ਉਹ ਕਹਿੰਦੇ ਵੀ ਮਾਤਾ ਜੀ ਉਹ ਬਾਣਾ ਦਿਓ। ਉੱਥੇ ਬਾਣਾ ਉਹ ਮੱਟ ਦੇ ਵਿੱਚ ਰੰਗਾਇਆ ਗਿਆ, ਚਿੱਟੇ ਤੋਂ ਲੀਲਾ ਬਾਣਾ ਕਰਾਇਆ ਗਿਆ। ਲੀਲਾ ਬਾਣਾ ਪਹਿਨ ਕੇ ਮੁੜ ਕੇ ਪਾਤਸ਼ਾਹ ਉੱਚ ਦੇ ਪੀਰ ਬਣ ਕੇ ਫਿਰ ਪੰਜਾਬ ਨੂੰ ਕੂਚ ਕੀਤੀ ਪਾਤਸ਼ਾਹ ਨੇ, ਅੱਗੇ ਨੂੰ ਚਾਲੇ ਪਾਏ। ਉਸ ਤੋਂ ਬਾਅਦ ਇਸ ਲੀਲੇ ਬਾਣੇ ਨੂੰ ਫਿਰ ਪਾਤਸ਼ਾਹ ਜਦੋਂ ਕੋਟਕਪੂਰੇ ਦੇ ਕੋਲੇ ਗਏ, ਕਪੂਰੇ ਰਾਜੇ ਦੇ ਕੋਲ ਪਹੁੰਚੇ ਸੀ। ਕਪੂਰੇ ਰਾਜੇ ਨੇ ਬਚਨ ਕਰਤਾ ਵੀ ਪਾਤਸ਼ਾਹ ਤੁਹਾਡੇ ਮਗਰ ਮੁਗਲ ਫੌਜਾਂ ਲੱਗੀਆਂ, ਮੇਰੇ ਕੋਲੇ ਲੁਕਣ ਨੂੰ ਥਾਂ ਨਹੀਂ, ਵੀ ਆ ਸਾਈਡ ਤੇ ਮੁਸਲਮਾਨਾਂ ਦੀ ਬਸਤੀ ਹੈ ਉੱਥੇ ਲੁਕ ਜਾਓ। ਜੋ ਕਿ ਅੱਜ ਕਪੂਰੇ ਦੀ ਇੰਨੀ ਕਦਰ ਨਹੀਂ, ਕੋਟਕਪੂਰੇ ਦੀ ਜਿੰਨੀ ਢਿਲਮਾ ਪਿੰਡ ਦੀ ਕਦਰ ਆ ਉਸ ਦੀ। ਜਿੱਥੇ ਸਥਾਨ ਬਣਿਆ 10ਵੇਂ ਪਾਤਸ਼ਾਹ ਦਾ, ਦੁਨੀਆ ਦੂਰੋਂ ਦੂਰੋਂ ਆਉਂਦੀ ਆ। ਉੱਥੇ ਪਾਤਸ਼ਾਹ ਨੇ ਬਾਣਾ ਲੀਲਾ ਜਿਹੜਾ ਉਹ ਲਾਤਾ ਸੀ। ਉਹਨਾਂ ਨੇ ਕਿਹਾ ਸੀ ਪਾਤਸ਼ਾਹ ਨੇ ਵੀ ਇਹਨੂੰ ਅਗਨੀ ਭੇਟ ਕਰ ਦਿਓ, ਪਰ ਖਾਲਸਿਆਂ ਨੇ ਅਗਨੀ ਭੇਟ ਨਹੀਂ ਕਰਿਆ। ਖਾਲਸਿਆਂ ਨੇ ਆਖਿਆ ਵੀ ਸਾਡੇ ਪਾਤਸ਼ਾਹ ਦੇ ਸਰੀਰ ਦੇ ਉੱਤੇ ਇਹ ਬਾਣਾ ਪਾਇਆ ਹੋਇਆ ਸੀ। ਪਾਤਸ਼ਾਹ ਦੇ ਸਰੀਰ ਨੂੰ ਬਾਣੇ ਨੂੰ ਮੰਨ ਕੇ ਉਹਨਾਂ ਨੇ ਟਾਕੀਆਂ ਲੈ ਕੇ ਜਿਹਦੇ ਜਿਹਦੇ ਹੱਥ 'ਚ ਆਈ ਉਹਨਾਂ ਨੇ ਆਪਦੇ ਜੂੜੇ ਦੇ ਨਾਲ, ਕੇਸਾਂ ਦੇ ਨਾਲ ਲਪੇਟ ਲਿਆ ਸੀ। ਫਿਰ ਪਾਤਸ਼ਾਹ ਨੇ ਉੱਥੇ ਬਚਨ ਕਰਤੇ ਸੀ ਵੀ ਸਾਡਾ ਖਾਲਸਾ ਜਿਹੜਾ ਉਹ ਕੇਸਕੀ ਬੰਨਿਆ ਕਰੇਗਾ। ਅੱਛਾ, ਤੁਸੀਂ ਬਹੁਤ ਵਧੀਆ ਜ਼ਿਕਰ ਕੀਤਾ ਇਤਿਹਾਸ ਦਾ। ਤੁਸੀਂ ਕਿਹਾ ਸ਼ਾਸਤਰ ਦੇ ਦੀਨ ਰਾਜ, ਜਦੋਂ ਇਸ ਲਾਈਨ ਨੂੰ ਦੇਖਦੇ ਆ ਉਹ ਸਿੱਖਾਂ ਦਾ ਇਤਿਹਾਸ ਦੇਖਦੇ ਆ। ਦੂਸਰੇ ਪਾਸੇ ਕਹਿੰਦੇ ਵੀ ਕਦੇ ਵੀ ਇਤਿਹਾਸ ਵਿੱਚ ਇਹ ਨਹੀਂ ਹੋਇਆ ਕਿ ਸਿੱਖ ਜਿਹੜੇ ਨੇ ਧਰਨਾ ਲਗਾ ਕੇ ਬੈਠਣ। ਆਪਾਂ ਇਤਿਹਾਸ ਦੇਖਿਆ, ਤੁਸੀਂ ਪੜ੍ਹਿਆ, ਸ਼ਾਸਤਰ ਦੇ ਦੀਨ ਰਾਜ ਦੀ ਜਦੋਂ ਆਪਾਂ ਗੱਲ ਕਰਦੇ ਆ ਕੀ ਦਿਮਾਗ 'ਚ ਆਉਂਦਾ? ਸਰਕਾਰਾਂ ਨੂੰ ਦੇਖਦੇ ਤਾਂ ਫਿਰ ਕੀ ਨਜ਼ਰ ਆਉਂਦਾ? ਤੁਸੀਂ ਜਿਵੇਂ ਬਿਆਨ ਕੀਤਾ ਨਾ ਵੀ ਖਾਲਸਾ ਕਦੇ ਬੈਠਾ ਨਹੀਂ ਆ ਕੇ ਧਰਨੇ ਤੇ, ਅਸੀਂ ਧਰਨੇ ਤੇ ਨਹੀਂ ਆ ਕੇ ਬੈਠੇ ਹੋਏ, ਅਸੀਂ ਜੰਗ ਲਈ ਲਾ ਕੇ ਬੈਠੇ ਹੋਏ ਆ ਇੱਥੇ ਵੀ ਸਾਡੇ ਕਿਸਾਨ ਭਾਈਚਾਰਾ ਸਾਨੂੰ ਐਲਾਨ ਕਰੇ ਤੇ ਅਸੀਂ ਜੰਗ ਲੜੀਏ। ਪਹਿਲਾਂ ਤੁਹਾਡਾ ਮੈਂ ਵਹਿਮ ਕੱਢਦਾ ਥੋੜਾ ਜਿਹਾ, ਠੀਕ ਹੈ ਕਿ ਨਹੀਂ? ਅਸੀਂ ਜੰਗ ਵਾਸਤੇ ਤਿਆਰ ਹੋ ਕੇ ਇੱਥੇ ਆਏ ਆ। ਅਸੀਂ ਤਾਂ ਹੀ ਅੱਗੇ ਆ ਕੇ ਬੈਠੇ ਆ ਮੋਰਚੇ ਦੇ ਕਿਸਾਨ ਭਾਈਚਾਰਾ ਦੇ, ਵੀ ਪਹਿਲਾਂ ਸਾਡੇ ਨਾਲ ਜੰਗ ਲੜਨਗੇ ਫੇਰ ਅੱਗੇ ਜਾ ਸਕਦੇ ਨੇ, ਫਿਰ ਕਿਸਾਨਾਂ ਨਾਲ ਅੱਗੇ ਜਾ ਕੇ ਫੇਰ ਅੱਗੇ ਜਾ ਸਕਦੇ ਨੇ। ਜੇ ਅਸੀਂ ਸ਼ਹੀਦ ਹੋਵਾਂਗੇ, ਸਾਡੀਆਂ ਇੱਥੇ ਉਹਦੀਆਂ ਤੇ ਲਾਸ਼ਾਂ ਦੇ ਉੱਤੋਂ ਦੀ ਉਹ ਗਾਂ ਲੰਘ ਸਕਦਾ, ਨਹੀਂ ਲੰਘ ਨਹੀਂ ਸਕਦਾ। ਹੰਕਾਰ ਜਿਸ ਕਿ ਆਪਾਂ ਦੇਖਿਆ ਇਤਿਹਾਸ ਦੇ ਵਿੱਚ, ਜਿਹੜਾ ਹੰਕਾਰ ਜਿਹਨੇ ਕੀਤਾ ਉਹ ਜ਼ਿਆਦਾ ਸਮਾਂ ਟਿਕ ਨਹੀਂ ਪਾਇਆ। ਹੰਕਾਰੀ ਸਰਕਾਰ ਹੈ, ਅੰਤ ਕੀ ਹੋ ਸਕਦਾ ਹੈ? ਕਿਉਂਕਿ ਇਹ ਡੈਮੋਕ੍ਰੇਸੀ ਸਰਕਾਰ ਹੈ, ਡੈਮੋਕ੍ਰੇਟ ਰਾਹੀਂ ਆਪਾਂ ਬੰਦੇ ਚੁਣਦੇ ਹਾਂ। ਹੰਕਾਰ ਦਾ ਅੰਤ ਕੀ ਹੁੰਦਾ ਹੈ? ਹੁਣ ਆਪਣੀ ਲੜਾਈ ਸ਼ਾਸਤਰਾਂ ਨਾਲ ਨਹੀਂ ਹੈਗੀ ਇਸ ਸਮੇਂ, ਸਿਰਫ ਗੱਲ ਜ਼ੁਬਾਨ ਨਾਲ ਹੁੰਦੀ ਪਈ ਹੈ ਵੀ ਟੇਬਲ ਤੇ ਬੈਠ ਕੇ ਮਸਲਾ ਸੁਲਝਾ ਲਿਆ ਜਾਵੇ। ਵੇਖੋ ਜੀ, ਅੱਜ ਤੱਕ ਜਿੰਨੇ ਮਸਲੇ ਆ ਟੇਬਲਾਂ ਤੇ ਅੱਜ ਨਹੀਂ ਬੈਠੇ। ਤੁਸੀਂ ਸਾਡੇ ਨਾਲ ਭਗਤ ਸਿੰਘ ਦੀ ਗੱਲ ਕਰੀ ਸੀ।
ਭਗਤ ਸਿੰਘ ਦੇ ਚਾਚਾ ਜੀ ਸੀਗੇ ਅਜੀਤ ਸਿੰਘ ਜੀ। ਅਜੀਤ ਸਿੰਘ ਜੀ ਨੇ 9 ਮਹੀਨੇ ਧਰਨਾ ਲਾਇਆ ਸੀ ਜੀ। ਉਸ ਵਕਤ ਗਾਦਰੀ ਬਾਬਿਆਂ ਦੀ ਲਹਿਰ ਵੀ ਉਹਨਾਂ ਦੇ ਨਾਲ ਜੂਝ ਰਹੀ ਸੀਗੀ, ਪਰ ਉਹਨਾਂ ਦੇ ਧਰਨਿਆਂ ਤੇ ਕੋਈ ਹੱਲ ਨਹੀਂ ਹੋਇਆ ਸੀ ਤੇ ਨਾ ਹੀ ਗਾਂਧੀ ਨੇ ਚਰਖੇ ਕੱਤੇ, ਨਾ ਹੀ ਕੋਈ ਗਾਂਧੀ ਤੋਂ ਹੱਲ ਹੋਇਆ ਸੀ। ਜੇ ਹੱਲ ਕੀਤਾ ਤਾਂ ਉਸ ਵਕਤ ਵੀ ਨੌਜਵਾਨਾਂ ਨੇ ਆਪਦਾ ਖੂਨ ਦਿੱਤਾ, ਕੁਰਬਾਨੀ ਦਿੱਤੀ ਆ, ਫੇਰ ਹੱਲ ਹੋਏ ਸੀ। ਭਗਤ ਸਿੰਘ ਵੀ ਤਾਂ ਜ਼ਿਕਰ ਆਉਂਦਾ। ਬਿਲਕੁਲ ਜੀ, ਭਗਤ ਸਿੰਘ ਦਾ ਆਉਂਦਾ, ਰਾਜਗੁਰੂ ਦਾ ਆਉਂਦਾ, ਕਰਤਾਰ ਸਿੰਘ ਸਰਾਭੇ ਦਾ ਆਉਂਦਾ, ਊਧਮ ਸਿੰਘ ਦਾ ਆਉਂਦਾ, ਚੰਦਰ ਬੋਸ, ਇਹ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅੱਜ ਵੀ ਦੁਨੀਆ ਯਾਦ ਕਰ ਰਹੀ ਹੈ। ਬੇਸ਼ੱਕ ਗਾਂਧੀ ਨੇ ਕਹਿੰਦੇ ਵੀ ਉੱਥੇ ਚਰਖੇ ਕੱਤੇ ਕਰੇ, ਅੱਜ ਇੱਥੇ ਭਗਤ ਸਿੰਘ, ਊਧਮ ਸਿੰਘ ਵਰਗਿਆਂ ਦੀਆਂ, ਕਰਤਾਰ ਸਿੰਘ ਸਰਾਭੇ ਵਰਗਿਆਂ ਦੀਆਂ ਫੋਟੋਆਂ ਲਾ ਕੇ ਮੁੰਡੇ ਲਈ ਫਿਰਦੇ ਨੇ, ਕਿਸੇ ਨੇ ਗਾਂਧੀ ਦੀ ਫੋਟੋ ਨਹੀਂ ਚੱਕੀ ਗਈ। ਚਰਖਾ ਤਾਂ ਨਹੀਂ ਚੱਕੀ ਫਿਰਦੇ ਬਿਲਕੁਲ ਵੀ ਚਰਖਾ ਨਹੀਂ ਕਿਸੇ ਨੇ ਚੱਕਿਆ। ਨਾ 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 ਜੀ, ਚਰਖਾ ਜਨਾਨੀ ਗੱਤਦੀ ਆ, ਬੰਦਾ ਥੋੜੀ ਗੱਤਦਾ। ਅੱਛਾ, ਤੁਸੀਂ ਉਹਨੇ ਗੱਲ ਕਰਦੇ ਸੀ ਕਿ ਇਤਿਹਾਸ ਦੇ ਵਿੱਚ ਆਪਾਂ ਵੀ ਦੇਖ ਲਈਏ ਕਿ ਜੋ ਸ਼ਸਤਰ ਚੱਕੇ ਨੇ, ਪਹਿਲਾਂ ਗੱਲਬਾਤ ਹੁੰਦੀ ਹੈ ਟੇਬਲ ਤੇ ਬੈਠ ਕੇ, ਨਾ ਗੱਲਬਾਤ ਹੋਈ ਹੈ ਫਿਰ ਕਹਿੰਦੇ ਸ਼ਸਤਰ ਚੱਕਿਆ ਜਾਂਦਾ ਹੈ। ਤੁਸੀਂ ਇਤਿਹਾਸ ਦਾ ਜ਼ਿਕਰ ਕਰ ਰਹੇ ਸੀ ਵੀ ਇਤਿਹਾਸ 'ਚ ਨਜ਼ਰ ਮਾਰ ਕੇ ਦੇਖ ਲਓ ਵੀ ਕਿੰਨੇ ਕੁ ਮਸਲੇ ਜਿਹੜੇ ਨੇ ਉਹ ਟੇਬਲ ਤੇ ਬੈਠ ਕੇ ਹੋਏ ਨੇ। ਮੇਰੇ ਹਿਸਾਬ ਨਾਲ ਤਾਂ ਕੋਈ ਮਸਲਾ ਹੱਲ ਨਹੀਂ ਹੋਇਆ ਜੀ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਨਾ। ਕੇਸਰੀ ਝੰਡਾ ਅੱਜ ਸਾਡੇ ਕੋਲ ਆ, ਇਹਦਾ ਜਿਹੜਾ ਚਿੱਟਾ ਰੰਗ ਸੀ ਇਹ ਉੱਪਰ ਹੁੰਦਾ ਸੀ, ਹਰਾ ਰੰਗ ਵਿਚਲੇ ਹੁੰਦਾ ਸੀ, ਜਿਹੜਾ ਕੇਸਰੀ ਰੰਗ ਸੀ ਖਾਲਸੇ ਦਾ ਉਹ ਥੱਲੇ ਹੁੰਦਾ ਸੀ। ਜਦੋਂ ਗਾਂਧੀ ਵਰਗੇ, ਛੋਟੂ ਰਾਮ ਵਰਗੇ, ਪਟੇਲ ਵਰਗੇ ਇਹ ਮੰਤਰੀ ਸਨ, ਮੈਂ ਗੱਲ 1947 ਦੀ ਕਰਦਾ ਤੈਨੂੰ ਨੇੜ ਦੀ, ਜਿਹੜਾ ਤੁਸੀਂ ਕਹਿੰਦੇ ਵੀ ਬੈਠ ਕੇ ਮਸਲਾ ਹੱਲ ਹੋ ਸਕਦਾ, ਉਹਦੇ ਦੀ ਨਹੀਂ ਤੁਹਾਨੂੰ ਦੱਸਦੇ ਨੇ। ਇਹਨਾਂ ਨੇ ਆਖਿਆ ਵੀ ਅੰਗਰੇਜ਼ ਦੌੜ ਗਏ ਵੀ ਹੁਣ ਆਪਾਂ ਕੁਰਸੀਆਂ ਸਾਂਭ ਲਓ। ਅੱਜ ਤੱਕ ਇਹਨਾਂ ਨੇ ਕੁਰਸੀਆਂ ਹੀ ਸਾਂਭੀਆਂ ਜਨਾਨੀਆਂ ਨੇ। ਜੰਗ ਲੜਨ ਲਈ ਤਾਂ ਖਾਲਸਾ ਪੰਜਾਬ ਦਾ ਹੀ ਆਇਆ, ਇਹਨਾਂ ਤੋਂ ਕਦੇ ਜੰਗ ਨਹੀਂ ਜਿੱਤੀ ਗਈ ਅੱਜ ਤੱਕ। ਇਹਨਾਂ ਨੇ ਆਖਿਆ ਵੀ ਹੁਣ ਵਾਪਸ ਆ ਰਹੇ ਸੀ ਅੰਗਰੇਜ਼, ਇਹਨਾਂ ਨੇ ਆਖਿਆ ਵੀ ਹੁਣ ਹੱਲ ਕੀ ਕਰਿਆ ਜਾਵੇ। ਇਹ ਹਜੂਰ ਸਾਹਿਬ ਵਾਲੇ ਬਾਬਾ ਖੜਕ ਸਿੰਘ ਜੀ ਦੇ ਕੋਲ ਪਹੁੰਚੇ, ਉਹਨਾਂ ਨਾਲ ਜਾ ਕੇ ਬਚਨ ਕੀਤੇ ਵੀ ਪਾਤਸ਼ਾਹ ਵੀ ਆਪਾਂ ਹੁਣ ਫੌਜ ਆਉਂਦੀ ਆ ਉੱਧਰੋਂ ਅੰਗਰੇਜ਼ਾਂ ਦੀ ਤੇ ਆਪਾਂ ਜੰਗ ਲੜਨੀ ਆ ਤੇ ਫੌਜ ਅੱਗੇ ਲਾਓ। ਫਿਰ ਬਾਬਾ ਖੜਕ ਸਿੰਘ ਜੀ, ਚਲੋ ਅਸੀਂ ਵੀ ਜਿਵੇਂ ਪੜ੍ਹੇ ਲਿਖੇ ਨਹੀਂ, ਕਿਉਂਕਿ ਖਾਲਸੇ ਕੋਈ ਵਿਰਲੇ ਪੜ੍ਹੇ ਲਿਖੇ ਨੇ, ਜਿਹੜਾ ਖਾਲਸਾ ਨੂੰ ਵਿਰਲੇ ਹੀ ਪੜ੍ਹਿਆ ਲਿਖਿਆ ਪਾਤਸ਼ਾਹ ਨੂੰ ਆਪ ਹੀ ਸੋਝੀ ਬਖਸ਼ਦਾ ਇਤਿਹਾਸਾਂ ਦੀ ਸਾਰੀ। ਉਹਨਾਂ ਨੇ ਜਦੋਂ ਬੇਨਤੀ ਕੀਤੀ, ਬਾਬਾ ਖੜਕ ਸਿੰਘ ਜੀ ਕਹਿੰਦਾ ਜੀ ਬੈਠੋ ਤੁਸੀਂ ਸਮੁੰਦਰ ਛਕੋ, ਜਿਹਨੂੰ ਦੁੱਧ ਕਹਿੰਦੇ ਆ ਅਸੀਂ ਸਮੁੰਦਰ ਕਹਿਣਾ ਖਾਲਸਾ ਨੂੰ, ਵੀ ਸਮੁੰਦਰ ਛਕੋ, ਕੋਈ ਗੱਲ ਨਹੀਂ ਕਰ ਲੈਂਦੇ ਆ ਵਿਚਾਰ। ਉਹ ਬਾਬੇ ਬੈਠੇ ਬੈਠੇ ਕਹਿੰਦੇ ਵੀ ਜਿਸ ਤਰ੍ਹਾਂ ਦਾ ਇਹ ਝੰਡਾ ਗਾ ਸੀ ਉਸ ਤਰ੍ਹਾਂ ਦਾ ਫੈਸਲਾ ਕਰਾਂਗੇ। ਉਹ ਕਹਿੰਦੇ ਬਾਬਾ ਜੀ ਕਿਵੇਂ? ਕਹਿੰਦਾ ਵੀ ਚਿੱਟਾ ਰੰਗ ਉੱਭਰਾ ਖੱਦਰ ਧਾਰੀ ਅੱਗੇ ਲੱਗਣਗੇ, ਹਰਾ ਰੰਗ ਵਿੱਚ ਆ ਮੁਸਲਮਾਨ ਵੀ ਭਾਈਚਾਰਾ ਅੱਗੇ ਲੱਗੂ, ਸਾਡਾ ਕੇਸ਼ ਕੀ ਪਿੱਛੇ ਅਸੀਂ ਜਕਾਰੇ ਲਾਉਂਦੇ ਆਵਾਂਗੇ। ਉਸ ਵਕਤ ਛੋਟੂ ਰਾਮ ਵਰਗਿਆਂ ਨੇ, ਪਟੇਲ ਵਰਗਿਆਂ ਨੇ, ਇਹ ਇੱਕ ਬੈਂਚ ਤੇ ਬੈਠੇ ਫਿਰ ਕਾਊਂਟਰ ਤੇ, ਜਿਹੜਾ ਤੂੰ ਦੱਸ ਰਿਹਾ ਮੈਨੂੰ, ਇਹਨਾਂ ਨੇ ਸਲਾਹ ਕੀਤੀ ਵੀ ਹੁਣ ਤਾਂ ਔਖਾ, ਵੀ ਇਹਨਾਂ ਤੋਂ ਬਗੈਰ ਜੰਗ ਵੀ ਨਹੀਂ ਜਿੱਤਿਆ ਜਾਣਾ। ਇਹਨਾਂ ਨੇ ਫਿਰ ਸਲਾਹ ਕਰਕੇ ਆਖਿਆ ਆਪਾਂ ਝੰਡੇ ਦਾ ਰੰਗ ਬਦਲ ਦਿਓ, ਸਾਨੂੰ ਇਸ ਝੰਡੇ ਦੇ ਰੰਗ ਤੇ ਤਾਂ ਲਿਆਉਣ ਤੇ ਵੀ ਅਸੀਂ ਕੁਰਬਾਨੀ ਦਿੱਤੀ ਆਪਦੀ, ਅਸੀਂ ਉਹ ਖਾਲਸਾ। ਇਹ ਕਾਊਂਟਰ ਤੇ ਬਹਿ ਕੇ ਤਾਂ ਇਹੀ ਕਰਦੀਆਂ ਜਨਾਨੀਆਂ ਮੀਟਿੰਗਾਂ। ਸਾਡਾ ਤਾਂ ਕੰਮ ਐਲਾਨ ਦਾਗਾ, ਅਸੀਂ ਤਾਂ ਉੱਦੇ ਵੀ ਕਿਹਾ ਵੀ ਅਸੀਂ ਤਾਂ ਜੰਗ ਲਈ ਆਏ ਹਾਂ, ਇੱਥੇ ਆਪਦਾ ਤਿਆਰ ਬੈਠੇ ਆ, ਜਦੋਂ ਸਾਨੂੰ ਭਾਈਚਾਰਾ ਕਹੂਗਾ ਇਹ ਗਾਂ ਨੂੰ ਵਧਣਗੇ, ਗੋਲੀਆਂ ਚਲਾਉਣਗੇ, ਉਹਨਾਂ ਦਾ ਜਵਾਬ ਅਸੀਂ ਅੱਗੋਂ ਦੇਵਾਂਗੇ, ਖਾਲਸਾ ਦੇਵਾਂਗਾ। 8-9 ਮੀਟਿੰਗਾਂ ਹੋ ਗਈਆਂ, ਮੰਨ ਲਓ 8-9 ਮੀਟਿੰਗਾਂ ਹੋ ਗਈਆਂ, ਜੇ ਕਾਊਂਟਰ 'ਚ ਬੈਠ ਕੇ ਹੋਣਾ ਹੁੰਦਾ ਹੱਲ ਤੇ ਹੋ ਨਾ ਜਾਂਦਾ ਹੁਣ ਨੂੰ। ਇਹ ਪਰ ਤੁਸੀਂ ਬਹੁਤ ਵਧੀਆ ਇਤਿਹਾਸ ਦੱਸਿਆ। ਅੱਛਾ ਜਥੇਦਾਰ ਸਾਹਿਬ, ਇੱਕ ਹੋਰ ਬੜੀ ਚਰਚਾ ਹੁੰਦੀ ਹੈ ਕਿ ਜਦੋਂ ਆਪਾਂ ਭਾਰਤ ਦੀ ਗੱਲ ਕਰ ਲਈਏ, ਉਸ ਤੋਂ ਪਹਿਲਾਂ ਦੀ ਗੱਲ ਕਰ ਲਈਏ, ਕੁਰਬਾਨੀਆਂ ਦੇ ਜਦੋਂ ਲਿਸਟ ਨੂੰ ਦੇਖਦੇ ਹਾਂ, ਸਾਰਿਆਂ ਨਾਲੋਂ ਜ਼ਿਆਦਾ ਸਿੱਖਾਂ ਦੀ ਕੁਰਬਾਨੀਆਂ ਨੇ। ਇਤਿਹਾਸ ਪੜ੍ਹਿਆ ਇਹਨਾਂ ਨੇ? ਜੇ ਤੁਸੀਂ ਇਤਿਹਾਸ ਦੀ ਗੱਲ ਕਰ ਰਹੇ ਹੋ, ਕਿਉਂਕਿ ਇਤਿਹਾਸ ਕਹਿੰਦੇ ਦੁਹਰਾਇਆ ਵੀ ਜਾਂਦਾ, ਉਹ ਇਤਿਹਾਸ ਨੂੰ ਕੋਈ ਮਿਟਾ ਨਹੀਂ ਸਕਦਾ। ਜੇ ਇਹਨਾਂ ਨੇ ਇਤਿਹਾਸ ਪੜ੍ਹਿਆ, ਫਿਰ ਇਹ ਲੱਗਦਾ ਵੀ ਮੰਨ ਕਿਉਂ ਨਹੀਂ ਰਹੇ? ਜੇ ਇਤਿਹਾਸ ਹੀ ਇਹਨਾਂ ਨੇ ਪੜ੍ਹ ਲਿਆ, ਸਭ ਕੁਝ ਜਾਣਕਾਰ ਹੈਗੇ ਨੇ, ਕਿ ਜਾਣਬੁੱਝ ਕੇ ਗੱਲਾਂ 'ਤੇ ਫਸੇ ਨੇ। ਵੇਖੋ ਜੀ, ਇੱਕ ਸੁਣੋ ਛੋਟੀ ਜੀ ਬਜ਼ੁਰਗਾਂ ਦੀ ਕਹਾਵਤ ਸੁਣਾਉਣਾ, ਉਹ ਚੋਰ ਚੋਰੀ ਕਰਕੇ ਕਦੇ ਮੰਨਦਾ ਨਹੀਂ ਹੁੰਦਾ ਵੀ ਮੈਂ ਚੋਰ ਕੀਤੀ ਜੀ, ਚੋਰੀ ਕੀਤੀ ਆ, ਪਰ ਜਦੋਂ ਉਹਨੂੰ ਮੁੱਦਾ ਪਾਇਆ ਜਾਂਦਾ, ਉਹਦੇ ਡਾਂਗਾ ਚਲਾਈਆਂ ਜਾਂਦੀਆਂ ਨਾ, ਇੱਕ ਸਕਿੰਟ 'ਚ ਹੀ ਮੰਨਦਾ ਵੀ ਮੈਂ ਕੀਤੀ ਹੈ। ਇਸ ਵਕਤ ਇਹ ਡਾਂਗਾ ਭਾਲ ਰਹੇ ਨੇ ਮੁੱਦੇ ਪਾ ਕੇ, ਹੋਰ ਗੱਲ ਕੁਝ ਵੀ ਨਹੀਂ, ਇਹ ਮਿੰਟ 'ਚ ਹੀ ਮੰਨ ਜਾਣਗੇ। ਅੱਛਾ ਬਾਬਾ ਜੀ, ਦੂਸਰੇ ਪਾਸੇ ਜਿਹੜੇ ਨੌਜਵਾਨ ਖੜੇ ਨੇ ਆਰਮੀ ਦੇ ਵਿੱਚ ਨੇ ਜਾਂ ਪੁਲਿਸ 'ਚ ਨੇ, ਉਹ ਵੀ ਆਪਣੇ ਬੱਚੇ ਨੇ, ਇੱਕ ਪਾਸੇ ਬਾਪ ਹੈ, ਇੱਕ ਪਾਸੇ ਕਹਿ ਦਈਏ ਬੇਟਾ ਖੜਾ ਹੋਇਆ ਹੈ, ਦੋਨੋਂ ਵਿਚਕਾਰ ਇਸ ਸਮੇਂ ਤੁਸੀਂ ਹੈਗੇ ਹੋ। ਲੱਗਦਾ ਕਿ ਕਿੱਦਾਂ ਗੋਲੀ ਚਲਾ ਦੇਣਗੇ ਜਾਂ ਕਿੱਦਾਂ ਇਸਤੇਮਾਲ ਕਰ ਲੈਣਗੇ ਹਥਿਆਰ ਦਾ? ਠੀਕ ਹੈ, ਆਪਾਂ ਗੱਲ ਦਰੁਸਤ ਹੈ, ਇਹਨੂੰ ਨਵਾਜਿਆ ਨਹੀਂ ਜਾ ਸਕਦਾ ਕਿ ਜਦੋਂ ਉੱਥੋਂ ਚੱਲੇ ਸੀ ਹਰਿਆਣਾ ਤੋਂ, ਉਦੋਂ ਠੀਕ ਹੈ ਜ਼ਰੂਰ ਡਾਂਗਾ ਮਾਰੀਆਂ ਸੀ ਨੌਜਵਾਨਾਂ ਨੇ। ਲੱਗਦਾ ਕਿ ਹੁਣ ਦੁਬਾਰਾ ਫਿਰ ਕਰ ਦੇਣਗੇ? ਹੁਣ ਤਾਂ ਸਾਰੇ ਇੱਕ ਪਾਸੇ ਹੋ ਗਏ ਨੇ। ਵੇਖੋ ਜੀ, ਇਹ ਲੜਾਈ ਆ ਬਾਬਰ ਕੇ ਤੇ ਜਾਵਰ ਕੇ ਤੇ ਬਾਬੇ ਕੇ, ਤਿੰਨ ਧੜਾ ਖੜੀਆਂ ਭਾਈ ਇੱਥੇ। ਇਹ ਜਿਹੜੇ ਬਾਬਰ ਕੇ ਆ ਨਾ, ਇਹ ਸਰਕਾਰੀ ਹੁੰਦੇ ਆ, ਬੇਸ਼ੱਕ ਸਾਡਾ ਚਾਚਾ ਪੁਲਿਸ 'ਚ, ਬੇਸ਼ੱਕ ਸਾਡਾ ਤਾਇਆ, ਇਹ ਕਿਸੇ ਦੇ ਨਹੀਂ ਬਣਦੇ, ਇਹ ਸਰਕਾਰ ਦੇ ਹੀ ਰਹਿਣਗੇ।
ਜਿਹੜੇ ਇਹਨਾਂ ਨੂੰ ਤਨਖਾਹਾਂ ਦਿੰਦੇ ਨੇ, ਅਸੀਂ ਇਹਨਾਂ ਨੂੰ ਤਾਂ ਹੀ ਬਾਬਰ ਕੇ ਕਹਿੰਦੇ ਆ। ਬਾਬੇ ਕੇ ਹੁਣ ਵਿਚੜੇ ਬੈਠੇ ਅਸੀਂ ਖਾਲਸਾ ਜਾਵਰ ਜੋ ਪਾਲ ਰਿਹਾ ਦੁਨੀਆ ਨੂੰ, ਸੰਸਾਰ ਨੂੰ, ਉਹ ਬੈਠਾ ਪਿੱਛੇ। ਅੱਜ ਉਹ ਸੜਕਾਂ ਤੇ ਬੈਠਾ ਜਾਵਰ ਜਿਹੜਾ ਸਾਰਿਆਂ ਤੋਂ ਵੱਡਾ ਰਾਜਾ ਕਿਸਾਨ ਉਹ ਵੇਖੋ ਸੜਕਾਂ ਤੇ ਬੈਠਾ ਜੋ। ਤੇ ਇਹ ਗੱਲ ਅਸੀਂ ਨਹੀਂ ਮੰਨਦੇ ਵੀ ਇਹ ਰੁਕਣਗੇ, ਨਹੀਂ। ਜੇ ਇਹਨਾਂ ਨੂੰ ਸਰਕਾਰ ਨੇ ਅੱਡ ਕਰਤੇ ਕਰਨਗੇ ਕੰਮ ਜ਼ਰੂਰ ਭਾਈ। ਅਸੀਂ ਨਹੀਂ ਇਹ ਬਿਆਨ ਦਿੰਦੇ ਕਿਉਂਕਿ ਮੈਂ ਜਰਨੈਲ ਆ, ਮੈਂ ਵੀ ਕਮਾਂਡਰ ਦਾ ਫੌਜ ਆ, ਮੈਨੂੰ ਪਤਾ ਇਸ ਗੱਲ ਦਾ। ਜੇ ਮੈਂ ਹੁਕਮ ਕਰਦਾ ਆਪਦੀ ਫੌਜ ਨੂੰ ਤੁਸੀਂ ਰੱਖ ਲਓ ਅਗਲਿਓ, ਮੇਰੀ ਫੌਜ ਨਹੀਂ ਰੁਕਦੀ। ਆਹ ਖਾਲਸਾ ਖੜਾ ਜੇ ਮੈਂ ਹੁਣੇ ਕਹਿਦਾ ਨੇ ਇੱਕ ਸਕਿੰਟ 'ਚ ਛੱਡਣੀ ਤੇਰੇ, ਕਿਉਂਕਿ ਮੇਰੇ ਹੁਕਮ 'ਚ ਨੇ। ਇਸੇ ਤਰ੍ਹਾਂ ਉਹ ਵੀ ਹੁਕਮ 'ਚ ਨੇ। ਉਹ ਲੱਖ ਕਹੀ ਜਾਣ ਅਸੀਂ ਤੁਹਾਡੇ ਆ, ਪਰ ਅਸੀਂ ਨਹੀਂ ਉਹਨਾਂ ਨੂੰ ਮੰਨਦੇ। ਸਾਡੇ ਕੋਲ ਤੇ ਇੱਧਰ ਆਉਂਦੇ ਅਸੀਂ ਕਹਿ ਦਿੰਦੇ ਵੀ ਇੱਧਰ ਕਿਉਂ ਨਹੀਂ ਆਪਦੀ ਡਿਊਟੀ ਕਰੋ। ਅਸੀਂ ਨਹੀਂ ਇਹ ਚੀਜ਼ ਲੰਗਰ ਖਾਂਦੇ ਇਸ ਪਾਸੇ ਵੀ ਕਦੇ ਆ ਹੀ ਜਾਂਦੇ ਨੇ। ਨਹੀਂ ਅਸੀਂ ਨਹੀਂ ਆਉਣ ਦਿੰਦੇ ਜੀ, ਅਸੀਂ ਮੋੜ ਦਿੰਦੇ। ਵਰਦੀ ਨਹੀਂ ਆਉਣ ਦਿੰਦੇ। ਹਾਂ ਵਰਦੀ ਤੋਂ ਨਹੀਂ ਆਉਣ ਦਿੰਦੇ, ਸਿਮਲ ਵਰਦੀ ਤੋਂ ਆ ਜਾਂਦੇ, ਸਾਡੇ ਨਾਲ ਗੱਲਾਂ ਵੀ ਕਰ ਜਾਂਦੇ, ਬਹਿ ਜਾਂਦੇ ਨੇ। ਕੀ ਗੱਲਬਾਤ ਕੀ ਹੁੰਦੀ ਹੈ? ਗੱਲਬਾਤ ਇਹੀ ਕਹਿ ਰਹੇ ਨੇ ਬਾਬਾ ਜੀ ਕੋਈ ਨਹੀਂ ਅਸੀਂ ਉਹਦੀ ਪਿੱਛੇ ਹਟ ਜਾਾਂਗੇ, ਅਸੀਂ ਕੀ ਲੈਣਾ, ਸਾਡੇ ਬਾਲ ਬੱਚੇ ਨੇ। ਪਰ ਨਹੀਂ ਜੀ, ਜਿਹੜੀ ਡਿਊਟੀ ਉਹ ਡਿਊਟੀ ਹੁੰਦੀ ਆ। ਸਾਨੂੰ ਪਾਤਸ਼ਾਹ ਨੇ ਡਿਊਟੀ ਬਖਸ਼ੀ ਆ ਵੀ ਗਰੀਬ ਦੇ ਜਾ ਕੇ ਹੱਕ 'ਚ ਖੜਨਾ, ਮੂਹਰੇ ਆਪਦੀ ਸ਼ਹੀਦੀ ਦੇਣੀ। ਤੇ ਇਸੇ ਤਰ੍ਹਾਂ ਉਹਨਾਂ ਦੀ ਵੀ ਡਿਊਟੀ ਆ, ਉਹ ਵੀ ਡਿਊਟੀ ਕਰ ਰਹੇ, ਅਸੀਂ ਵੀ ਡਿਊਟੀ ਕਰ ਰਹੇ ਹਾਂ। ਅੱਛਾ ਜਥੇਦਾਰ ਸਾਹਿਬ, ਇੱਕ ਆਖਰੀ ਸਵਾਲ ਹੈ ਕਿ ਕੱਲ ਮੀਟਿੰਗ ਹੋਈ ਸੀ ਕਿਸਾਨਾਂ ਦੀ, ਉਸ ਵਿੱਚ ਕਿਹਾ ਗਿਆ ਸੀ ਜਿੱਤਾਂਗੇ ਜਾਂ ਮਰਾਂਗੇ। ਜਥੇਬੰਦੀਆਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੇ ਬਿਲਕੁਲ ਸਪਸ਼ਟ ਗੱਲ ਕਰ ਦਿੱਤੀ, ਹੁਣ ਕਾਗਜ਼ ਤੇ ਲਿਖ ਕੇ ਦਿੱਤਾ ਜਿੱਤਾਂਗੇ ਜਾਂ ਮਰਾਂਗੇ। ਵੇਖੋ ਜੀ, ਜਥੇਬੰਦੀਆਂ ਦੀ ਗੱਲ ਆ ਜਿਹੜੀ ਤੁਸੀਂ ਕਰਦੇ, ਇਹ 32 ਜਥੇਬੰਦੀਆਂ ਨੇ। ਇਹ ਹੁਣ ਕਹਿਤਾ ਵੀ ਅੱਜ ਇਹਨਾਂ ਨੇ ਕਿਹਾ ਵੀ ਅਸੀਂ ਜਿੱਤਾਂਗੇ ਜਾਂ ਮਰਾਂਗੇ। ਇਹ ਲਫ਼ਜ਼ ਬੜਾ ਔਖਾ, ਕਹਿਣਾ ਸੌਖਾ, ਠੀਕ ਹੈ ਕਿ ਨਹੀਂ। ਇਹਨਾਂ ਨੂੰ ਜੇ ਇਹਨਾਂ ਨੇ ਸ਼ਾਂਤੀਮਈ ਪ੍ਰੋਗਰਾਮ ਕਰਨਾ ਸੀ ਨਾ, ਸਿਰਫ 22 ਰਾਹ ਨੇ ਮੇਨ ਦਿੱਲੀ ਦੇ, 22 ਰਾਹ, ਸਿਰਫ 22 ਰਾਹ ਮੇਨ ਦਿੱਲੀ ਦੇ। 22 ਦੇ 22 ਜਥੇਬੰਦੀਆਂ ਕਰਦੀਆਂ ਬੰਦ, 10 ਬੰਦੀਆਂ ਜਥੇਬੰਦੀਆਂ ਇਹਨਾਂ ਨੂੰ ਕਬਰ ਦੇਣ ਨੂੰ ਸੀ। ਤਾਂ ਮੋਦੀ 3 ਦਿਨਾਂ 'ਚ ਮੰਨਦਾ, ਜਦੋਂ ਅੰਦਰ ਕੁਝ ਜਾਂਦਾ ਹੀ ਨਾ ਦਿੱਲੀ ਦੇ। ਸਪਲਾਈ ਬੰਦ ਕਰ ਦਿੰਦੇ, ਬਿਲਕੁਲ ਖਾਣਾ ਪੀਣਾ ਸਭ ਕੁਝ ਬੰਦ ਹੁੰਦਾ। ਉਹ ਮੰਨਦਾ ਕਿਉਂ ਨਾ। ਜੇ ਤੇ ਸਾਰੀ ਗੱਲਬਾਤ ਸੁਣੀ ਹੈ ਸਨ ਮੌਜੂਦ ਸਨ ਜਥੇਦਾਰ ਗੁਰਦੀਪ ਸਿੰਘ, ਸਾਰੀ ਗੱਲਬਾਤ ਇਹਨਾਂ ਨੇ ਕਹੀ ਹੈ। ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਬਾਣੇ ਬਾਰੇ ਵੀ ਗੱਲ ਹੁੰਦੀ ਹੈ, ਆਸ-ਪਾਸ ਦੇ ਲੋਕ ਜਾਂ ਅਲੱਗ-ਅਲੱਗ ਸੂਬਿਆਂ ਤੋਂ ਆ ਕੇ ਪੁੱਛਦੇ ਨੇ। ਇੱਕ ਬੜੀ ਵਧੀਆ ਇਹਨਾਂ ਨੇ ਗੱਲ ਕੀਤੀ ਹੈ ਕਿ ਪਹਿਲਾਂ ਅਸੀਂ ਜਾਵਾਂਗੇ, ਵੀ ਪਹਿਲਾਂ ਜੇ ਗੋਲੀ ਵੀ ਚਲਾਉਣੀ ਹੋਵੇ ਪਹਿਲਾਂ ਸਾਨੂੰ ਚਲਾਉਣ, ਉਸ ਤੋਂ ਬਾਅਦ ਸਾਡੀ ਲਾਸ਼ ਤੋਂ ਅੱਗੇ ਜਾਣ ਕਿਸਾਨਾਂ ਵਾਲੇ ਪਾਸੇ। ਅਸੀਂ ਇੱਦਾਂ ਨਹੀਂ ਖੜਾ ਹੋਣਾ। ਜਿਵੇਂ ਪਹਿਲਾਂ ਹੀ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ, ਜਦੋਂ ਵੀ ਜੰਗਾਂ ਹੋਈਆਂ ਨੇ ਖਾਲਸਾ ਹੀ ਅੱਗੇ ਲੱਗਿਆ। ਹੁਣ ਇਹਨਾਂ ਨੇ ਤਿਰੰਗੇ ਦੀ ਵੀ ਗੱਲ ਕੀਤੀ ਹੈ ਵੀ ਕੇਸਰੀ ਰੰਗ ਕਿਵੇਂ ਉੱਪਰ ਚਲਾ ਗਿਆ। ਇਹ ਵੀ ਇਤਿਹਾਸ ਦਾ ਇੱਕ ਪਹਿਲੂ ਹੈ ਜੋ ਤੁਸੀਂ ਸੁਣਿਆ। ਤੁਸੀਂ ਸਾਡੇ ਨਾਲ ਪਲ ਪਲ ਜੁੜੇ ਰਹੋ, ਤੁਹਾਨੂੰ ਅਸੀਂ ਪਲ ਪਲ ਦੀ ਖਬਰ ਜਿਹੜੀ ਹੈ ਕਿਸਾਨੀ ਸੰਘਰਸ਼ ਤੋਂ ਦਿੰਦੇ ਰਹਾਂਗੇ। ਬਾਬੇ ਦੀ ਵੀਡੀਓ ਸ਼ੇਅਰ ਕਰ ਦੇਣਾ ਜਥੇਦਾਰ ਸਾਹਿਬ ਦੀ, ਤਾਂ ਕਿ ਇਤਿਹਾਸ ਦੀ ਜਾਣਕਾਰੀ ਦੂਜਿਆਂ ਨੂੰ ਵੀ ਪਤਾ ਲੱਗ ਸਕੇ।